यूनीफॉर्म सिविल कोड ਨੂੰ ਲੈ ਕੇ ਜਿਹੜੀਆਂ ਚਰਚਾਵਾਂ ਨੇ ਪੂਰੇ ਭਾਰਤ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਵੀ ਕਾਫੀ ਗਰਮ ਹੈਗੀਆਂ ਨੇ। ਜਿੰਨੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਇਹਦੇ 'ਚ ਲੱਗ ਰਿਹਾ ਕਿ ਸਭ ਤੋਂ ਵੱਡਾ ਨੁਕਸਾਨ ਇਹਦੇ 'ਚ ਮੁਸਲਮਾਨਾਂ ਨੂੰ ਘੇਰਨ ਦੇ ਲਈ ਹੋ ਰਿਹਾ ਹੈਗਾ। ਹੁਣ ਡਰਾਫਟ ਭਾਵੇਂ ਅਜੇ ਤੱਕ ਨਹੀਂ ਸਾਹਮਣੇ ਆਇਆ। ਵੱਡੀ ਗੱਲ ਤੇ ਹੈ ਵੀ ਸਰਕਾਰ ਨੇ ਕੋਈ ਡਰਾਫਟ ਜਿਹੜਾ ਜਾਰੀ ਨਹੀਂ ਕੀਤਾ ਵੀ ਉਹਦੇ 'ਚ ਉਹ ਯੂਨੀਫਾਰਮ ਕਰਨਾ ਕੀ ਚਾਹ ਰਹੀ ਹੈ। ਸੋ ਉਹਦੇ ਕਿਸ ਤਰ੍ਹਾਂ ਦੇ ਇਰਾਦੇ ਨੇ, ਆਇਆ ਵਿਆਹ ਦੇ ਕਾਨੂੰਨ ਨੇ, ਆਇਆ ਤਲਾਕ ਦੇ ਕਾਨੂੰਨ ਨੇ, ਆਇਆ ਜਾਇਦਾਦ ਦੇ ਕਾਨੂੰਨ ਨੇ। ਜਦੋਂ ਉਹਨਾਂ ਨੇ ਕੋਈ ਪ੍ਰਪੋਜ਼ਲ ਹੀ ਨਹੀਂ ਰੱਖਿਆ, ਹੁਣ ਬੰਦਾ ਸਹੀ ਤੇ ਗਲਤ ਤਾਂ ਹੀ ਦੱਸੂਗਾ ਨਾ ਜੇ ਉਹਨੂੰ ਤੁਸੀਂ ਆਹ ਕਹੋਗੇ ਵੀ ਆਹ ਹੈਗਾ ਇਹ ਤੁਹਾਡੇ ਲਈ ਫਿੱਟ ਪੈਂਦਾ ਜਾਂ ਨਹੀਂ ਦੱਸੋ। ਹਾਂਜੀ, ਜਾਣਬੁੱਝ ਕੇ VOTING ਪੈਟਰਨ 'ਚ ਲੈ ਕੇ ਆਉਣਾ ਬਿਲਕੁਲ ਗਲਤ ਹੈਗੀ ਆ। ਜਿਹੜਾ ਮੁਸਲਿਮ ਭਾਈਚਾਰੇ ਵਿੱਚੋਂ ਇਹ ਹੈਗਾ ਵੀ ਜਿਹੜੀਆਂ ਔਰਤ ਦੀਆਂ ਜਿਹੜੀਆਂ ਰਿਸਟ੍ਰਿਕਟਡ ਨੇ ਉਹਨਾਂ ਦੀਆਂ ਜਿਹੜੇ ਹੱਕ ਨੇ ਉਹਨਾਂ ਨੂੰ ਜਿਹੜਾ ਕਲੀਅਰ ਕਰਿਆ ਜਾਵੇ। ਜੇ ਹਿੰਦੂ ਰਾਸ਼ਟਰ ਵਾਲੀ ਇਹਨਾਂ ਦੀ ਰਾਜਨੀਤੀ ਹੋਈ ਤੇ ਇਹ ਵੀ ਤੇ ਹੋ ਹੀ ਸਕਦਾ ਨਾ ਕਿ ਸਾਰਿਆਂ ਨੂੰ ਹੀ ਉਹਦੇ ਅੰਡਰ ਲੈ ਲਿਆ। ਹਾਂਜੀ, ਸੋ ਇਸ ਤਰ੍ਹਾਂ ਵੀ ਉਹਨਾਂ ਨੇ ਹਲੇ ਕੁਝ ਵੀ ਪਬਲਿਸ਼ ਨਹੀਂ ਕਰਿਆ। ਜਦੋਂ ਤੱਕ ਪਬਲਿਸ਼ ਨਹੀਂ ਕਰਦੇ ਉਦੋਂ ਤੱਕ ਜਿਹੜੀਆਂ ਟਿੱਪਣੀਆਂ ਨੇ ਕਿਆਸ ਰਾਈਆਂ ਨੇ। ਅਮਰੀਕਾ ਵਰਗੀ ਕੰਟਰੀ ਦੇ ਵਿੱਚ ਜਿੱਥੇ ਜਾਤੀਵਾਦ ਨਾਮ ਦਾ ਕੋਈ ਮਸਲਾ ਨਾ ਹੋਵੇ, ਉੱਥੇ ਵੀ ਹਿੰਦੂ ਤਵੀਆਂ ਦੇ ਵੱਲੋਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਸੀ ਜਾਤ ਦੇ ਆਧਾਰ ਤੇ ਉੱਥੇ ਜਿਹੜੇ ਕੁਝ ਕਾਮੇ ਸੀ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਸੀ। ਜਦੋਂ ਕੁਝ ਕੰਪਲੇਂਟਸ ਉੱਪਰ ਗਈਆਂ ਤੇ ਫਿਰ ਜਿਹੜਾ ਇਹ ਮਸਲਾ ਹੈ ਹੋਰ ਉੱਭਰਿਆ। ਕਿਸੇ ਨੂੰ ਵੀ ਜਿਹੜਾ ਇੱਥੇ ਆ ਵੀ ਫੇਅਰ ਆ, ਫਰੀ ਐਂਡ ਫੇਅਰ ਆ ਵੀ ਜਾਤ ਪਾਤ ਦੇ ਆਧਾਰ ਤੇ ਆ ਕਿਸੇ ਕਿਸਮ ਦੇ ਡਿਸਕ੍ਰਿਮੀਨੇਸ਼ਨ ਨਾਲ ਜੌਬ ਜਾਂ ਉਹਦੀ ਜਿਹੜੀ ਰਿਜ਼ਰਵੇਸ਼ਨ ਆ ਜਾਂ ਉਹਦੀ ਤਰੱਕੀ ਆ ਜਾਂ ਉਹਦੇ ਜਿਹੜੇ ਇਨਕਰੀਮੈਂਟਸ ਨੇ ਉਹ ਨਹੀਂ ਲਾਏ ਜਾ ਸਕਣਗੇ, ਉਹ ਨਹੀਂ ਲੱਗਣਗੇ। ਹਲੇ ਹੁਣ ਅਗਲਾ ਜਿਹੜਾ ਦੂਜੇ ਪੜਾਅ 'ਚ ਜਿਹੜਾ ਉਹ ਬਿੱਲ ਪਾਸ ਹੋਣ ਦਾ ਹੋਏਗਾ। ਪਰ ਇਹ ਬਿਲਕੁਲ ਉਹਨਾਂ ਦੀ ਵੱਡੀ ਪ੍ਰਾਪਤੀ ਆ ਵੀ ਉਹਨਾਂ ਨੇ ਥੋਰੋਲੀ ਸਟੱਡੀ ਕਰਕੇ ਉਹ ਜਿਹੜਾ ਸਾਰਾ ਹੈ ਉਹ ਪਾਸ ਕਰਿਆ ਹੈ। ਤੇ ਜਿਹੜਾ ਡਿਸਕ੍ਰਿਮੀਨੇਸ਼ਨ ਜਿਹੜਾ ਹੁੰਦਾ ਸੀ ਉੱਥੇ ਹੋਇਆ ਹੈ ਇੱਕ ਕਿਸੇ ਧਾਰਮਿਕ ਸਥਾਨ ਲਈ ਬਹੁਤ ਸਾਰੇ ਲੋਕ ਨੇ ਜਿਹੜੇ ਇੰਡੀਆ ਤੋਂ ਵਰਕ ਵੀਜ਼ੇ ਤੇ ਗਏ ਸੀ ਔਰ ਉਹਨਾਂ ਨੂੰ ਦੱਸਿਆ ਗਿਆ ਵੀ ਉਹ ਸਕੈਂਡਲ ਆਇਆ ਸੀ ਵੀ 1 ਪਾਉਂਡ ਘੰਟੇ ਦੇ ਹਿਸਾਬ ਨਾਲ ਜਾਂ $1 ਘੰਟੇ ਦੇ ਹਿਸਾਬ ਨਾਲ ਉਹਨਾਂ ਨੂੰ ਦਿੱਤਾ ਜਾਂਦਾ ਸੀ। ਉਹ ਇੱਕ ਬੰਧੂਆ ਮਜ਼ਦੂਰਾਂ ਵਾਂਗ ਆ ਜਿਹੜਾ ਰੱਖਿਆ ਜਾਂਦਾ ਸੀ। ਸੋ ਇਸ ਤਰ੍ਹਾਂ ਦੇ ਡਿਸਕ੍ਰਿਮੀਨੇਸ਼ਨ। ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਦੇ ਵੱਲੋਂ ਅਦਾਲਤ ਦੇ ਵਿੱਚ ਅਰਜੀ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਣ ਦੀ ਵੀ ਜਿਹੜੀ ਗੱਲ ਕੀਤੀ ਔਰ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਘੇਰੇ ਦੇ ਵਿੱਚ ਲਿਆ ਹੈ ਕਿ ਉਹ ਕੇਸਾਂ ਦੀ ਪੈਰਵਾਈ ਦੇ ਵਿੱਚ ਕਿਤੇ ਨਾ ਕਿਤੇ ਜਾਂ ਗਵਾਹਾਂ ਵਾਲੇ ਮਸਲੇ ਦੇ ਵਿੱਚ ਸੰਜੀਦਾ ਨਹੀਂ ਹੈਗੀ। ਕੀ ਕਹੋਗੇ? ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਜਿਹੜੀ ਇਹ ਐਪਲੀਕੇਸ਼ਨ ਉਹ ਐਕਸੈਪਟ ਵੀ ਹੋਵੇਗੀ ਕਿ ਨਹੀਂ। ਇਹ ਕੇਸ ਨੂੰ ਪਹਿਲੇ ਹਲੇ ਸੱਟ ਮਾਰਨ ਦਾ ਯਤਨ ਹੈ ਔਰ ਇਹ ਸੱਟ ਮਰਵਾਈ ਗਈ ਹੈਗੀ ਆ ਜਿਹੜੇ ਵੱਡੇ ਪੁਲਿਸ ਅਫਸਰ ਦੋਸ਼ੀ ਨੇ। ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਨੇ ਪੂਰੇ ਭਾਰਤ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਵੀ ਕਾਫੀ ਗਰਮ ਹੈਗੀਆਂ ਨੇ। ਹੁਣ ਤੇ ਲੋਕਾਂ ਨੂੰ ਮੈਸੇजेस ਵੀ ਈਮੇਲਸ ਵੀ ਆਉਣ ਲੱਗ ਗਏ ਕਿ ਇਸ ਨੂੰ ਯੈਸ ਕਰਕੇ ਹਾਂ ਕਰਕੇ ਜਿਹੜਾ ਤੁਸੀਂ ਭੇਜੋ ਜਿਹੜਾ ਕਾਨੂੰਨੀ ਬੋਰਡ ਹੈਗਾ ਹੈ ਕਿ ਇਸ ਨੂੰ ਜਿਹੜਾ ਅਸੀਂ ਇਹਦੇ ਲਈ ਸਹਿਮਤ ਹੈਗੇ ਆ ਜਾਂ ਨਹੀਂ ਸਹਿਮਤ ਹੈਗੇ। ਤੇ ਦੂਜੇ ਬੰਨੇ ਸਰਕਾਰ ਵੱਲੋਂ ਅਜੇ ਤੱਕ ਕੋਈ ਡਰਾਫਟ ਨਹੀਂ ਆਇਆ ਹੈਗਾ। ਸਰਦਾਰ ਅਵਤਾਰ ਸਿੰਘ ਜੀ, ਹੁਣ ਤੱਕ ਦੀਆਂ ਜਿੰਨੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਇਹਦੇ 'ਚ ਲੱਗ ਰਿਹਾ ਕਿ ਸਭ ਤੋਂ ਵੱਡਾ ਨੁਕਸਾਨ ਇਹਦੇ 'ਚ ਮੁਸਲਮਾਨਾਂ ਨੂੰ ਘੇਰਨ ਦੇ ਲਈ ਹੋ ਰਿਹਾ ਹੈਗਾ। ਹੁਣ ਡਰਾਫਟ ਭਾਵੇਂ ਅਜੇ ਤੱਕ ਨਹੀਂ ਸਾਹਮਣੇ ਆਇਆ। ਹਾਂਜੀ, ਵੱਡੀ ਗੱਲ ਤੇ ਹੈ ਵੀ ਸਰਕਾਰ ਨੇ ਕੋਈ ਡਰਾਫਟ ਜਿਹੜਾ ਜਾਰੀ ਨਹੀਂ ਕੀਤਾ ਵੀ ਉਹਦੇ 'ਚ ਉਹ ਯੂਨੀਫਾਰਮ ਕਰਨਾ ਕੀ ਚਾਹ ਰਹੀ ਹੈ ਨਾ। ਸੋ ਉਹਦੇ ਕਿਸ ਤਰ੍ਹਾਂ ਦੇ ਇਰਾਦੇ ਨੇ, ਆਇਆ ਵਿਆਹ ਦੇ ਕਾਨੂੰਨ ਨੇ, ਆਇਆ ਤਲਾਕ ਦੇ ਕਾਨੂੰਨ ਨੇ, ਆਇਆ ਜਾਇਦਾਦ ਦੇ ਕਾਨੂੰਨ ਨੇ ਜਾਂ ਜਿਹੜੀ ਰਜਿਸਟ੍ਰੇਸ਼ਨ ਜਾਂ ਇਨਹੈਰੀਟੈਂਸ ਕਾਨੂੰਨ ਨੇ ਜਿਹੜੀ ਜੱਦੀ ਪੁਸ਼ਤੀ। ਸਲਾਹ ਕਾਹਦੀ ਮੰਗ ਰਹੇ ਜਦੋਂ ਉਹਨਾਂ ਨੇ ਕੋਈ ਪ੍ਰਪੋਜ਼ਲ ਹੀ ਨਹੀਂ ਰੱਖਿਆ। ਹੁਣ ਬੰਦਾ ਸਹੀ ਤੇ ਗਲਤ ਤਾਂ ਹੀ ਦੱਸੂਗਾ ਨਾ ਜੇ ਉਹਨੂੰ ਤੁਸੀਂ ਆਹ ਕਹੋਗੇ ਵੀ ਆਹ ਹੈਗਾ ਇਹ ਤੁਹਾਡੇ ਲਈ ਫਿੱਟ ਪੈਂਦਾ ਜਾਂ ਨਹੀਂ ਦੱਸੋ। ਹਾਂਜੀ, ਸੋ ਇਹ ਡਰਾਫਟ ਜਿਹੜਾ ਡਰਾਫਟ ਜਦੋਂ ਤੱਕ ਨਹੀਂ ਆਉਂਦਾ ਉਹਦੀ ਸਲਾਹ ਮੰਗਣੀ ਜਾਣਬੁੱਝ ਕੇ VOTING ਪੈਟਰਨ 'ਚ ਲੈ ਕੇ ਆਉਣਾ ਬਿਲਕੁਲ ਗਲਤ ਹੈਗੀ ਆ। ਸੋ ਬੇਸ਼ੱਕ ਲੋਕਾਂ ਨੇ ਬਹੁਤ ਸਾਰੇ ਇਤਰਾਜ਼ ਵਗੈਰਾ ਜਿਹੜੇ ਉਠਾਏ ਨੇ। ਸੋ ਸਾਡੇ ਹਿਸਾਬ ਨਾਲ ਹਾਲ ਦੀ ਘੜੀ ਜਿਹੜਾ ਹੈਗਾ ਵੀ ਉਹ ਮੁਸਲਿਮ ਔਰਤਾਂ ਦਾ ਜਿਹੜਾ ਸੀਗਾ ਵੀ ਉਹ ਤਲਾਕ ਤੋਂ ਬਾਅਦ ਜਿਹੜੀ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਆ ਉਹ ਖਤਮ ਹੋ ਜਾਂਦੀ ਹੈ। ਸੋ ਮਰਦ ਪ੍ਰਧਾਨ ਸਮਾਜ ਵਿੱਚ ਉਹਨਾਂ ਨੂੰ ਉਹ ਸੜਕ ਤੇ ਆ ਜਾਂਦੀਆਂ ਜਦੋਂ ਉਹਨਾਂ ਦਾ ਤਲਾਕ ਵਗੈਰਾ ਜਿਹੜਾ ਹੋ ਜਾਂਦਾ। ਸੋ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਨੂੰ ਕਿਸੇ ਢੰਗ ਨਾਲ ਯੂਨੀਫਾਰਮਿਟੀ 'ਚ ਲਿਆਉਣ, ਜਿੱਦਾਂ ਹਿੰਦੂ ਕੋਡ ਬਿੱਲ ਦੇ ਹਿਸਾਬ ਨਾਲ ਜਿਹੜਾ ਔਰਤ ਨੂੰ ਜਦੋਂ ਤਲਾਕ ਹੁੰਦਾ ਤਾਂ ਉਹਨੂੰ ਜ਼ਮੀਨ ਜਾਇਦਾਦ ਦਾ ਹਿੱਸਾ ਮਿਲਦਾ ਹੈ। ਸੋ ਉਹ ਮੁਸਲਿਮ ਔਰਤ ਨੂੰ ਨਹੀਂ ਮਿਲਦਾ ਕਿਉਂਕਿ ਮੁਸਲਿਮ ਪਰਸਨਲ ਲਾ ਕਾਨੂੰਨ ਦੇ ਅਧੀਨ ਉਹਦੀਆਂ ਜਿਹੜੀਆਂ ਰਿਸਟ੍ਰਿਕਟਡ ਨੇ ਜਿਹੜੀਆਂ ਉਹਦੀਆਂ ਨਾ ਉਹ ਹੈਗੀਆਂ ਵੀ ਉਹਦੇ ਹੱਕ ਨੇ ਜਿਹੜੇ ਹਨਾ। ਹੁਣ ਮੈਂ ਕੋਈ ਬਹੁਤ ਸਾਰੇ ਮੁਸਲਿਮ TV ਚੈਨਲਾਂ ਤੇ ਜਿਹੜੀਆਂ ਉਹਨਾਂ ਦੇ ਵਿਦਵਾਨਾਂ ਦੀਆਂ ਗੱਲਾਂ ਸੁਣ ਰਿਹਾ, ਉਹ ਵੀ ਇਹ ਮੰਨਣ ਲੱਗ ਗਏ ਵੀ ਸਾਨੂੰ ਔਰਤ ਨੂੰ ਆਪਣੇ ਤੌਰ ਤੇ ਅਧਿਕਾਰ ਦੇ ਦੇਣਾ ਚਾਹੀਦਾ ਬਨਿਸਬਤ ਕਿ ਯੂਨੀਫਾਰਮ ਸਿਵਲ ਕੋਡ ਰਾਹੀਂ ਉਹਨਾਂ ਨੂੰ ਮਿਲੇ। ਉਹ ਮਹਿਸੂਸ ਕਰਦੇ ਨੇ ਵੀ ਔਰਤ ਦੇ ਜਿਹੜੇ ਹੱਕ ਆ ਉਹ ਰਿਸਟ੍ਰਿਕਟਡ। ਇੱਕ ਤਾਂ ਭਾਜਪਾ ਔਰਤ ਦਾ ਜਿਹੜਾ ਔਰਤਾਂ ਦੀ ਵੋਟ ਬੈਂਕ ਤੇ ਟਾਰਗੇਟ ਕਰ ਰਹੀ ਹੈ ਨਾ ਵੀ ਔਰਤਾਂ ਜਿਹੜੇ ਮੁਸਲਿਮ ਔਰਤਾਂ ਨੇ ਉਹਨਾਂ ਦਾ ਵੋਟ ਬੈਂਕ ਦਾ ਟਾਰਗੇਟ ਹੋਵੇ। ਦੂਜਾ ਉਹ ਇਹ ਕਰ ਰਿਹਾ ਵੀ ਜਿਹੜਾ ਮੁਸਲਿਮ ਭਾਈਚਾਰੇ ਵਿੱਚੋਂ ਇਹ ਹੈਗਾ ਵੀ ਜਿਹੜੀਆਂ ਔਰਤ ਦੀਆਂ ਜਿਹੜੀਆਂ ਰਿਸਟ੍ਰਿਕਟਡ ਨੇ ਉਹਨਾਂ ਦੀਆਂ ਜਿਹੜੇ ਹੱਕ ਨੇ ਉਹਨਾਂ ਨੂੰ ਜਿਹੜਾ ਕਲੀਅਰ ਕਰਿਆ ਜਾਵੇ। ਦੂਜੇ ਪਾਸੇ ਜਿਹੜੀਆਂ ਖਬਰਾਂ ਨੇ ਉਹ ਇਹ ਹੈਗੀਆਂ ਹੁਣ ਜਦੋਂ ਪਿਛਲੇ ਦਿਨੀ ਸਰਬ ਪਾਰਟੀ ਮੀਟਿੰਗ ਹੋਈ ਆ ਇਸ ਯੂਨੀਫਾਰਮ ਸਿਵਲ ਕੋਡ ਦੇ ਮਾਮਲੇ 'ਚ, ਉਹਦੇ 'ਚ ਭਾਰਤੀ ਜਨਤਾ ਪਾਰਟੀ ਵੱਲੋਂ ਮਿਸਟਰ ਮੋਦੀ, ਸੁਸ਼ੀਲ ਮੋਦੀ ਹੈ ਇੱਕ ਉਹਨਾਂ ਦੇ MP ਨੇ, ਉਹ ਸ਼ਾਮਲ ਹੋਇਆ। ਸੋ ਸੁਸ਼ੀਲ ਮੋਦੀ ਉਹਨਾਂ ਨੇ ਇਹ ਕਿਹਾ ਹੈ ਵੀ ਬਹੁਤ ਸਾਰੇ ਉੱਤਰ ਪੂਰਬ ਦੇ ਔਰ ਹੋਰ ਭਾਰਤ ਦੇ ਬਹੁਤ ਸਾਰੇ ਕਬੀਲਿਆਂ ਨੂੰ ਇਹ ਤੋਂ ਬਾਹਰ ਰੱਖਿਆ ਜਾਵੇ।
ਹੁਣ ਜਦੋਂ ਬਾਹਰ ਰੱਖਿਆ ਜਾਣਾ ਫਿਰ ਯੂਨੀਫਾਰਮ ਸਿਵਲ ਕੋਡ ਦਾ ਕੀ ਮਤਲਬ ਹੋਇਆ ਹਨਾ। ਸੋ ਜੇ ਉਹ ਯੂਨੀਫਾਰਮ ਸਿਵਲ ਕੋਡ ਆ ਫਿਰ ਸਾਰਿਆਂ ਲਈ ਹੋਣਾ ਚਾਹੀਦਾ। ਹੁਣ ਉੱਥੇ ਉਹਨਾਂ ਦੀ ਮਜਬੂਰੀ ਹੈ ਜਿਹੜੀ ਸਮਝ ਆਉਂਦੀ ਹੈ, ਜਿੱਥੇ ਉਹ ਮੁਸਲਿਮ ਔਰਤਾਂ ਦੀ ਵੋਟ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦਾ ਯਤਨ ਕਰ ਰਹੇ ਆ, ਉੱਥੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਵੀ ਭਾਰਤ ਵਿੱਚ ਲਗਭਗ 1000 ਦੇ ਕਰੀਬ ਇਹੋ ਜਿਹੇ ਕਬੀਲੇ ਤੇ ਟ੍ਰਾਈਬਸ ਨੇ ਜਿਹੜੇ ਔਰਤ ਪ੍ਰਧਾਨ ਕਬੀਲੇ ਨੇ, ਜਿੱਥੇ ਜਿਹੜੀ ਜ਼ਮੀਨ ਆ ਉਹ ਮਰਦ ਦੇ ਨਾਂ ਤੇ ਨਹੀਂ ਹੈ, ਉਹ ਔਰਤ ਦੇ ਨਾਂ ਤੇ ਹੈ। ਮਤਲਬ ਇਦਾਂ ਆਦੀਵਾਸੀਆਂ ਦੇ ਵਿੱਚ ਕਿਤੇ ਹੁੰਦਾ ਹੈ। ਹਾਂਜੀ ਇਹ ਸਾਰਾ ਜਿਹੜਾ ਈਸਟਰਨ ਸਾਈਡ ਵਾਲੀ ਹੈ ਨਾ, ਮੇਘਾਲਿਆ, ਤ੍ਰਿਪੁਰਾ, ਉਹ ਸਾਰਾ ਜਿਹੜੇ 4-5 ਰਾਜ ਨੇ, ਉਹ ਅਸਾਮ ਤੱਕ ਤੇ ਈਵਨ ਮੱਧ ਪ੍ਰਦੇਸ਼ ਤੇ ਉਧਰਲੇ ਜਿਹੜੇ ਟ੍ਰਾਈਬਸ ਨੇ ਉਹਨਾਂ ਵਿੱਚ ਹੈਗੀ ਆ ਵੀ ਉਹ ਔਰਤ ਪ੍ਰਧਾਨ ਟ੍ਰਾਈਬਸ ਨੇ। ਸੋ ਜ਼ਮੀਨ ਔਰਤ ਦੇ ਨਾਂ ਹੁੰਦੀ ਹੈ, ਜਦੋਂ ਜਿੱਦਾਂ ਸੱਸ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਜ਼ਮੀਨ ਨੂੰਹ ਦੇ ਨਾਂ ਤੇ ਟ੍ਰਾਂਸਫਰ ਹੁੰਦੀ ਹੈ। ਤੇ ਇਸੇ ਤਰ੍ਹਾਂ ਕਹਿੰਦੇ ਵੀ ਉਹ ਬਹੁਤ ਸਾਰੇ ਟ੍ਰਾਈਬਸ ਵਿੱਚ ਇਹ ਹੈਗਾ ਵੀ ਔਰਤਾਂ ਵਿਆਹਣ ਲਈ ਜਾਂਦੀਆਂ ਨੇ ਬੰਦੇ ਨੂੰ, ਔਰ ਬੰਦਾ ਔਰਤ ਨੂੰ ਦਾਜ ਦਿੰਦਾ ਹੈ। ਜਿਹੜੀ ਦਾਜ ਦੀ ਪ੍ਰਥਾ ਉਹ ਵੀ ਮਤਲਬ ਕਿ ਉਲਟੀ ਮਲਟੀ ਜਾਂਦੀ ਹੈ। ਸੋ ਜਿਸ ਤਰ੍ਹਾਂ ਵੈਸਟਰਨ ਸੁਸਾਇਟੀ ਵਿੱਚ ਨਾ ਵੀ ਮਦਰ ਜਿਹੜੀ ਸੈਂਟਰ ਆ, ਕਿਉਂਕਿ ਇੱਥੇ ਆਪਣੇ ਵੈਸਟਰਨ ਕੰਟਰੀਜ਼ ਵਿੱਚ ਜਦੋਂ ਬੇਬੀ ਪੈਦਾ ਹੁੰਦਾ ਉਹਨੂੰ ਮਦਰ ਦਾ ਸਰਨੇਮ ਮਿਲਦਾ, ਉਹਨੂੰ ਫਾਦਰ ਦਾ ਸਰਨੇਮ ਨਹੀਂ ਮਿਲਦਾ ਨਾ। ਸੋ ਮਦਰ ਦਾ ਜਿਹੜਾ ਸਰਨੇਮ ਆ ਉਹ ਬੇਬੀ ਦੇ ਨਾਂ ਨਾਲ ਜਾਂਦਾ, ਔਰ ਉਹਦੇ ਆਧਾਰ ਤੇ ਜਿਹੜੀਆਂ ਫੈਮਿਲੀਜ਼ ਆ। ਆਪਣੇ ਜਿਹੜਾ ਇੰਡੀਆ ਵਿੱਚ ਉਹ ਮਰਦ ਪ੍ਰਧਾਨ ਹੈ ਨਾ। ਸੋ ਜਦੋਂ ਪਿਓ ਦੀ ਮੌਤ ਹੁੰਦੀ ਆ ਤਾਂ ਜਿਹੜਾ ਬੱਚਾ, ਉਹਦਾ ਬੇਟਾ, ਵੱਡਾ ਬੇਟਾ, ਉਹਨੂੰ ਪੱਗ ਬਣਾਈ ਜਾਂਦੀ ਹੈ। ਸੋ ਇੰਡੀਆ ਵਿੱਚ ਬਹੁਤ ਸਾਰੇ ਟ੍ਰਾਈਬਸ ਨੇ ਜਿਹੜੇ ਹਿੰਦੂ ਧਰਮ ਨੂੰ ਫੋਲੋ ਕਰਦੇ ਨੇ, ਉਹ ਟ੍ਰਾਈਬਸ ਵਿੱਚ ਔਰਤ ਪ੍ਰਧਾਨ ਹੈਗੀ ਆ। ਹੁਣ ਜਦੋਂ ਇਹ ਮੁਸਲਿਮ ਔਰਤਾਂ ਦੀਆਂ ਵੋਟਾਂ ਖਿੱਚਣਗੇ ਤਾਂ ਉੱਥੋਂ ਉਹ ਟ੍ਰਾਈਬਸ ਦੀਆਂ ਵੋਟਾਂ ਭਾਜਪਾ ਨੂੰ ਨਹੀਂ ਪੈਣਗੀਆਂ। ਉਹ ਜਿਹੜੇ ਔਰਤ ਪ੍ਰਧਾਨ ਟ੍ਰਾਈਬਸ ਨੇ ਉਹ ਬਹੁਤ ਵੱਡੀ ਵੋਟ ਬੈਂਕ ਹੈਗਾ ਜਿਹੜਾ ਭਾਜਪਾ ਨੂੰ ਨਹੀਂ ਪੈਣਾ। ਇਸੇ ਕਰਕੇ ਹੁਣ ਸੁਸ਼ੀਲ ਮੋਦੀ ਕਹਿ ਰਿਹਾ ਵੀ ਉਹਨਾਂ ਟ੍ਰਾਈਬਸ ਨੂੰ ਬਾਹਰ ਰੱਖ ਲਿਆ ਜਾਵੇ ਨਾ। ਸੋ ਵੀ ਉਹ ਫਿਰ ਉਹ ਚੁਣਾਵੀ ਮੁੱਦਾ ਹੀ ਹੋ ਗਿਆ। ਫਿਰ ਜੇ ਉਹਨਾਂ ਨੂੰ ਬਾਹਰ ਰੱਖਣਾ ਫਿਰ ਬਾਕੀਆਂ ਨੂੰ ਬਾਹਰ ਰੱਖ ਲਓ, ਫਿਰ ਉਹਦੇ ਚ ਮਤਲਬ ਫਿਰ ਉਹੀ ਸੇਮ ਚੀਜ਼ ਹੈ, ਫਿਰ ਫਰਕ ਤੇ ਕੋਈ ਨਹੀਂ ਹੈਗਾ। ਕੋਈ ਗੱਲ ਨਹੀਂ ਹੈਗਾ। ਹੁਣ ਸਿੱਖਾਂ ਬਾਰੇ ਵੀ ਆ ਰਿਹਾ, ਆਪਾਂ ਬਹੁਤ ਸਿੱਖਾਂ ਦੀਆਂ ਰਾਜਨੀਤਿਕ ਜਿਹੜੀਆਂ ਧਿਰਾਂ ਨੇ ਉਹ ਵਿਰੋਧ ਕਰ ਰਹੀਆਂ ਨੇ, ਪਰ ਕੁਝ ਸਿੱਖ ਵਿਦਵਾਨ ਇਹ ਲੈ ਕੇ ਆ ਰਹੇ ਵੀ ਸਾਨੂੰ ਵਿਰੋਧ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਵੀ ਜਦੋਂ ਇਹ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਗਿਆ, ਸਾਡੀ ਧਾਰਾ 25 ਵਿੱਚ ਜਿਹੜਾ ਸਾਨੂੰ ਹਿੰਦੂਆਂ ਨਾਲ ਨੱਥੀ ਕਰਿਆ ਉਹ ਖਤਮ ਹੋ ਜਾਣੀ ਆ। ਉਹ ਕਹਿੰਦੇ ਵੀ ਅਸੀਂ 50 ਸਾਲ ਤੋਂ ਇਹੀ ਤਾਂ ਮੰਗ ਕਰ ਰਹੇ ਹਾਂ ਵੀ ਸਾਨੂੰ ਧਾਰਾ 25 ਵਿੱਚੋਂ ਕੱਢਿਆ ਜਾਵੇ। ਯੂਨੀਫਾਰਮ ਸਿਵਲ ਕੋਡ, ਉਹਨਾਂ ਵਿਦਵਾਨਾਂ ਦਾ ਇਹ ਕਹਿਣਾ ਹੈਗਾ ਵੀ ਯੂਨੀਫਾਰਮ ਸਿਵਲ ਕੋਡ ਨਾਲ ਧਾਰਾ 25 ਆਪਣੇ ਆਪ ਖਤਮ ਹੋ ਜਾਵੇਗੀ। ਹੁਣ ਉਹ ਜਦੋਂ ਤੱਕ ਡਰਾਫਟ ਨਹੀਂ ਆਉਂਦਾ ਹੋਏਗੀ ਜਾਂ ਨਹੀਂ, ਜਾਂ ਜਿਹੜੇ ਹੁਣ ਵੀ ਜਿਹੜੇ ਆਪਣੇ ਬਹੁਤ ਸਾਰੇ ਜਿਹੜੇ ਹੈਗੇ, ਚਾਹੇ ਉਹ ਜਾਇਦਾਦਾਂ ਦਾ ਮਸਲਾ ਹੋਵੇ ਜਾਂ ਜਿਸ ਤਰ੍ਹਾਂ ਵੀ, ਉਹ ਹਿੰਦੂ ਲਾਜ਼ ਦੇ ਅੰਦਰ ਹਿੰਦੂ ਲਾਜ਼ ਦੇ ਅੰਦਰ ਹੀ ਕਾਊਂਟ ਹੁੰਦੇ ਹੈਗੇ। ਹੁਣ ਉੱਥੇ ਉਹ ਹਿੰਦੂ ਲਾਅ ਅਧੀਨ ਸਾਰੇ ਦੇਸ਼ ਨੂੰ ਲੈ ਲਿਆ ਜਾਊਗਾ ਜਾਂ ਹਿੰਦੂ ਲਾਅ ਤੋਂ ਬਿਨਾ ਕੋਈ ਯੂਨੀਫਾਰਮ ਇੱਕ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ। ਬਿਲਕੁਲ, ਜੇ ਹਿੰਦੂ ਰਾਸ਼ਟਰ ਵਾਲੀ ਇਹਨਾਂ ਦੀ ਰਾਜਨੀਤੀ ਹੋਈ ਤੇ ਇਹ ਵੀ ਤੇ ਹੋ ਹੀ ਸਕਦਾ ਨਾ ਕਿ ਸਾਰਿਆਂ ਨੂੰ ਹੀ ਉਹਦੇ ਅੰਡਰ ਲੈ ਲਿਆ। ਹਾਂਜੀ। ਸੋ ਇਸ ਤਰ੍ਹਾਂ ਵੀ ਉਹਨਾਂ ਨੇ ਹਲੇ ਕੁਝ ਵੀ ਪਬਲਿਸ਼ ਨਹੀਂ ਕਰਿਆ। ਜਦੋਂ ਤੱਕ ਪਬਲਿਸ਼ ਨਹੀਂ ਕਰਦੇ ਉਦੋਂ ਤੱਕ ਜਿਹੜੀਆਂ ਟਿੱਪਣੀਆਂ ਨੇ ਕਿਆਸ ਰਾਈਆਂ ਨੇ, ਮੁਸਲਿਮ ਜਿਹੜੇ ਵਿਦਵਾਨ ਨੇ ਉਹ ਵੀ ਕਿਆਸ ਰਾਈਆਂ ਲਾ ਰਹੇ ਆ, ਸਿੱਖ ਰਾਜਨੀਤੀਵਾਨ ਵੀ, ਤੇ ਜਿਹੜੇ ਹੋਰ ਵੀ ਨੇ ਛੋਟੀਆਂ ਜਿੱਦਾਂ ਪਾਰਸੀ ਨੇ, ਬੋਧੀ ਨੇ, ਜੈਨੀ ਨੇ, ਹਨਾ, ਉਹਨਾਂ ਦੀਆਂ ਆਪਣੀਆਂ ਆਪਣੀਆਂ ਪਰੰਪਰਾਵਾਂ ਨੇ। ਆਈਦਰ ਉਹ ਸਿੱਖਾਂ ਵਾਂਗੂ ਕਿਸੇ ਕਾਨੂੰਨ ਅਧੀਨ ਸੁਰੱਖਿਅਤ ਕਰੇ ਗਏ ਨੇ ਜਾਂ ਨਹੀਂ, ਉਹਨਾਂ ਦਾ ਕੀ ਬਣੇਗਾ, ਇਹ ਕਾਫੀ ਸਾਰਾ ਜੀ ਬਿਲਕੁਲ। ਅਜੇ ਆਪਾਂ ਕਹੀਏ ਕਿ ਅਜੇ ਕੁਝ ਵੀ ਜੇ ਸਾਹਮਣੇ ਨਹੀਂ ਆਇਆ ਤੇ ਉਦੋਂ ਤੱਕ ਜਿਹੜੀ ਟਿੱਪਣੀ ਕਰਨੀ ਜਾਂ ਪੱਖ ਲੈਣਾ ਉਹ ਆਪਣੇ ਆਪ ਦੇ ਵਿੱਚ ਵੀ ਜਿਹੜਾ ਥੋੜਾ ਔਖਾ ਹੋ ਜਾਂਦਾ ਹੈਗਾ ਹੈ। ਤੇ ਗੱਲ ਇੱਥੇ ਬਿੱਲਾਂ ਦੀ ਚੱਲ ਰਹੀ ਹੈ, ਗੱਲ ਇੱਥੇ ਐਕਟ ਦੀ ਚੱਲ ਰਹੀ ਹੈ, ਤੇ ਦੂਜੇ ਬੰਨੇ ਅਮਰੀਕਾ ਦੇ ਵਿੱਚ ਵੀ, ਕੈਲੀਫੋਰਨੀਆ ਦੇ ਵਿੱਚ ਵੀ ਪਿਛਲੇ ਦਿਨੀ ਜਿਹੜਾ ਹੈ ਸੈਨੇਟ ਦੇ ਵੱਲੋਂ ਸੈਨੇਟ ਬਿੱਲ 403 ਜੋ ਕਿ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਲੈ ਕੇ, ਜਾਤੀਵਾਦ ਦੇ ਵਿਰੋਧ ਨੂੰ ਲੈ ਕੇ ਜਿਹੜਾ ਹੈ ਇੱਕ ਬਿੱਲ ਜਿਹੜਾ ਲਿਆਂਦਾ ਗਿਆ, ਔਰ ਸੈਨੇਟ ਦੇ ਵਿੱਚ ਇਹ ਬਿੱਲ ਪਾਸ ਵੀ ਹੋ ਗਿਆ। ਔਰ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਜਿੱਥੇ ਜਾਤੀਵਾਦ ਨਾਮ ਦਾ ਕੋਈ ਮਸਲਾ ਨਾ ਹੋਵੇ, ਉੱਥੇ ਵੀ ਹਿੰਦੂ ਤਵੀਆਂ ਦੇ ਵੱਲੋਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਸੀ, ਜਾਤ ਦੇ ਆਧਾਰ ਤੇ ਉੱਥੇ ਜਿਹੜੇ ਕੁਝ ਕਾਮੇ ਸੀ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਸੀ। ਜਦੋਂ ਕੁਝ ਕੰਪਲੇਂਟਸ ਉੱਪਰ ਗਈਆਂ ਤੇ ਫਿਰ ਜਿਹੜਾ ਇਹ ਮਸਲਾ ਹੈ ਹੋਰ ਉੱਭਰਿਆ ਤੇ ਇਹ ਬਿੱਲ ਜਿਹੜਾ ਸਰਕਾਰ ਨੂੰ ਲਿਆਉਣਾ ਪੈ ਗਿਆ। ਕੀ ਕਹੋਗੇ ਇਸ ਤੇ ਬਾਰੇ? ਹਾਂਜੀ। ਸੋ ਹੁਣ ਉਹਦੇ ਦਾ ਵਿਰੋਧ ਵੀ ਬਹੁਤ ਹੋਇਆ। ਭਾਰਤ ਦੀਆਂ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਨੇ ਇਹਦਾ ਵਿਰੋਧ ਕਰਿਆ। ਇਹ ਕਿਹਾ ਗਿਆ ਵੀ ਇਹ ਸਾਡੇ ਨਾਲ ਵਿਤਕਰਾ ਹੋ ਰਿਹਾ, ਪਰ ਇਹ ਗੱਲਾਂ ਬਿਲਕੁਲ ਤੁਹਾਡੀਆਂ ਠੀਕ ਆ ਵੀ ਜਿਹੜੀਆਂ ਹਿੰਦੂ ਐਸਟੈਬਲਿਸ਼ਮੈਂਟ ਸੀਗੇ ਉਹਦੇ ਵਿੱਚ ਜਾਤ ਪਾਤ ਦੇ ਆਧਾਰ ਤੇ ਵਿਤਕਰਾ ਹੋ ਰਿਹਾ ਸੀ। ਉੱਥੇ ਬੰਦਿਆਂ ਨੂੰ ਰਿਕਰੂਟਮੈਂਟ ਵੇਲੇ ਉਹਨਾਂ ਦੀ ਜਿਹੜੀ ਅੱਗੇ ਤਰੱਕੀ ਹੁੰਦੀ ਆ ਉਹਦੇ ਜਾਂ ਉਸ ਮਾਮਲਿਆਂ ਵਿੱਚ ਬਹੁਤ ਸਾਰਾ ਜਾਤ ਪਾਤੀ ਵਿਤਕਰਾ ਕੀਤਾ ਜਾਂਦਾ ਸੀ, ਜਿਨ੍ਹਾਂ ਨੂੰ ਸੋ ਕਾਲਡ ਦਲਿਤ ਜਾਂ ਸ਼ੂਦਰ ਜਾਂ ਜਿਹੜੇ ਗੈਰ ਹਿੰਦੂ ਨੇ ਉਹਨਾਂ ਦੀਆਂ ਜਿਹੜੀਆਂ ਰਜਿਸਟ੍ਰੇਸ਼ਨ ਵੇਲੇ ਉਹਨਾਂ ਨੂੰ ਦੇਣ ਵੇਲੇ ਜਿਹੜੀਆਂ ਨੌਕਰੀਆਂ ਨੇ
ਉਹ ਵਿਤਕਰਾ ਹੋ ਰਿਹਾ ਸੀ। ਸੋ ਜੇ ਇਹ ਕਿਤੇ ਸਮੱਸਿਆ ਸੀ ਤਾਂ ਹੀ ਇਹ ਸਾਹਮਣੇ ਆਇਆ। ਸੋ ਜਦੋਂ ਉਹਨਾਂ ਨੇ ਪ੍ਰੈਕਟੀਕਲ, ਕੋਈ ਆਪਣੇ ਆਪ ਤਾਂ ਕਾਨੂੰਨ ਨਹੀਂ ਬਣ ਜਾਂਦਾ ਵੀ ਸ਼ੋਸ਼ਾ ਛੱਡਿਆ, ਉਹ ਬਕਾਇਦਾ ਰਿਸਰਚ ਕਰਦੇ ਨੇ, ਉਹਨਾਂ ਦੇ ਜਿਹੜੇ ਥਿੰਕ ਟੈਂਕ ਨੇ ਉਹ ਸਾਰੇ ਮਸਲੇ ਨੂੰ ਦੇਖਦੇ ਨੇ, ਵੱਖ-ਵੱਖ ਧਿਰਾਂ ਤੋਂ ਵਿਚਾਰ ਲੈਂਦੇ ਨੇ, ਉਹਦੇ ਥਿਓਰੈਟੀਕਲ ਆਸਪੈਕਟਸ, ਉਹਦੇ ਪ੍ਰੈਕਟੀਕਲ ਆਸਪੈਕਟਸ ਆ, ਉਹਦੇ ਤੇ ਵਿਚਾਰ ਕਰਕੇ ਉਹ ਤੋਂ ਬਾਅਦ ਹੀ ਕਾਨੂੰਨ ਬਣਦਾ ਹੈ। ਸੋ ਬਹੁਤ ਡੀਪ ਐਨਾਲਿਸਿਸ ਤੋਂ ਬਾਅਦ ਕੋਈ ਕਾਨੂੰਨ ਬਣਦਾ। ਸੋ ਕਾਨੂੰਨ ਹੈ ਜਿਹੜਾ ਬਣਾਇਆ ਉਹ ਪਾਸ ਹੋ ਗਿਆ ਹੋਇਆ। ਹੁਣ ਇਹ ਹੈਗਾ ਵੀ ਕਿਸੇ ਨੂੰ ਵੀ ਜਿਹੜਾ ਇੱਥੇ ਆ ਵੀ ਫੇਅਰ ਆ, ਫਰੀ ਐਂਡ ਫੇਅਰ ਆ, ਵੀ ਜਾਤ ਪਾਤ ਦੇ ਆਧਾਰ ਤੇ ਆ ਕਿਸੇ ਕਿਸਮ ਦੇ ਡਿਸਕ੍ਰਿਮੀਨੇਸ਼ਨ ਨਾਲ ਜੌਬ ਜਾਂ ਉਹਦੀ ਜਿਹੜੀ ਰਿਜ਼ਰਵੇਸ਼ਨ ਆ ਜਾਂ ਉਹਦੀ ਤਰੱਕੀ ਆ ਜਾਂ ਉਹਦੇ ਜਿਹੜੇ ਇਨਕਰੀਮੈਂਟਸ ਨੇ ਉਹ ਨਹੀਂ ਲਾਏ ਜਾ ਸਕਣਗੇ, ਉਹ ਨਹੀਂ ਲੱਗਣਗੇ। ਹਲੇ ਹੁਣ ਅਗਲਾ ਜਿਹੜਾ ਦੂਜੇ ਪੜਾਅ 'ਚ ਜਿਹੜਾ ਉਹ ਬਿੱਲ ਪਾਸ ਹੋਣ ਦਾ ਹੋਏਗਾ। ਪਰ ਇਹ ਬਿਲਕੁਲ ਉਹਨਾਂ ਦੀ ਵੱਡੀ ਪ੍ਰਾਪਤੀ ਆ ਵੀ ਉਹਨਾਂ ਨੇ ਥੋਰੋਲੀ ਸਟੱਡੀ ਕਰਕੇ ਉਹ ਜਿਹੜਾ ਸਾਰਾ ਹੈ ਉਹ ਪਾਸ ਕਰਿਆ ਹੈ। ਤੇ ਜਿਹੜਾ ਡਿਸਕ੍ਰਿਮੀਨੇਸ਼ਨ ਜਿਹੜਾ ਹੁੰਦਾ ਸੀ ਉੱਥੇ ਹੋਇਆ ਹੈ, ਇੱਕ ਕਿਸੇ ਧਾਰਮਿਕ ਸਥਾਨ ਲਈ ਬਹੁਤ ਸਾਰੇ ਲੋਕ ਨੇ ਜਿਹੜੇ ਇੰਡੀਆ ਤੋਂ ਵਰਕ ਵੀਜ਼ੇ ਤੇ ਗਏ ਸੀ ਔਰ ਉਹਨਾਂ ਨੂੰ ਦੱਸਿਆ ਗਿਆ ਵੀ ਉਹ ਸਕੈਂਡਲ ਆਇਆ ਸੀ ਵੀ 1 ਪਾਉਂਡ ਘੰਟੇ ਦੇ ਹਿਸਾਬ ਨਾਲ ਜਾਂ $1 ਘੰਟੇ ਦੇ ਹਿਸਾਬ ਨਾਲ ਉਹਨਾਂ ਨੂੰ ਦਿੱਤਾ ਜਾਂਦਾ ਸੀ। ਉਹ ਇੱਕ ਬੰਧੂਆ ਮਜ਼ਦੂਰਾ ਵਾਂਗ ਆ ਜਿਹੜਾ ਰੱਖਿਆ ਜਾਂਦਾ ਸੀ। ਸੋ ਇਸ ਤਰ੍ਹਾਂ ਦੇ ਡਿਸਕ੍ਰਿਮੀਨੇਸ਼ਨ ਉਹ ਕੋਈ ਵੀ ਧਰਮ ਕਰੇ, ਕੋਈ ਵੀ ਕੌਮ ਕਰੇ, ਇਹ ਨਹੀਂ ਹੋਣਾ ਚਾਹੀਦਾ। ਅਸੀਂ 21ਵੀਂ ਸਦੀ ਵਿੱਚ ਰਹੇ ਹਾਂ। ਸੋ ਗੁਰੂ ਨਾਨਕ ਦੇਵ ਜੀ ਨੇ ਤਾਂ 15ਵੀਂ ਸਦੀ ਵਿੱਚ ਹੀ ਉਹ ਸਾਰਾ ਜਿਹੜਾ ਰੱਦ ਕਰ ਦਿੱਤਾ ਸੀ, ਸਿਧਾਂਤਕ ਰੱਦ ਕਰ ਦਿੱਤਾ ਸੀ। ਦੂਜੇ ਬੰਨੇ ਜਿਹੜਾ ਹੈਗਾ ਕਿਤੇ ਨਾ ਕਿਤੇ ਫਿਰ ਹਿੰਦੂਤਵ ਦੀ ਆਈਡੀਓਲੋਜੀ ਨੂੰ ਵੀ ਜਿਹੜਾ ਕਾਫੀ ਇੱਥੇ ਸੱਟ ਵੱਜੇਗੀ ਜੇ ਆਪਾਂ ਕਹੀਏ ਕਿ ਇੱਕ ਸੈਨੇਟ ਚੋਂ ਤੇ ਹੋ ਗਿਆ, ਜੇ ਦੂਜੇ ਬੰਨੇ ਵੀ ਪਾਸ ਹੋ ਕੇ ਲਾਗੂ ਹੋ ਜਾਂਦਾ ਹੈ, ਕਿਉਂਕਿ ਇਹਨਾਂ ਦੀ ਤੇ ਆਪਾਂ ਕਹੀਏ ਕਿ ਗੱਲ ਹੀ ਉੱਥੇ ਕਾਸਟ ਡਿਸਕ੍ਰਿਮੀਨੇਸ਼ਨ ਤੇ ਹੀ ਸਾਰੀ ਖੜੀ ਹੈਗੀ ਹੈ। ਜਦੋਂ ਅਸੀਂ ਕੈਲੀਫੋਰਨੀਆ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਦਰਸ਼ਕਾਂ ਨੂੰ ਸ਼ਾਇਦ ਨਾ ਪਤਾ ਹੋਵੇ, ਕੈਲੀਫੋਰਨੀਆ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਸੂਬਾ ਹੈਗਾ ਹੈ। ਈਵਨ ਕਿ ਜਿਹੜੀ ਪੋਪੂਲੇਸ਼ਨ ਵੀ ਹੈ ਉਸਦੀ ਕੈਨੇਡਾ ਦੀ ਪੋਪੂਲੇਸ਼ਨ ਨਾਲੋਂ ਵੀ ਜ਼ਿਆਦਾ ਪੋਪੂਲੇਸ਼ਨ ਇਕੱਲੇ ਕੈਲੀਫੋਰਨੀਆ ਸੂਬੇ ਦੀ ਹੀ ਹੈ। ਤੇ ਉਹਨਾਂ ਦੀ GDP ਵੀ ਮੇਰਾ ਖਿਆਲ 5ਵੇਂ ਜਾਂ 6ਵੇਂ ਨੰਬਰ ਦੀ GDP ਜੇ ਐਜ਼ ਏ ਕੰਟਰੀ ਕਾਊਂਟ ਕਰਨਾ ਹੋਵੇ ਤੇ ਦੁਨੀਆ ਦੀ ਇੰਨੀ ਵੱਡੀ GDP ਹੈਗੀ ਹੈ। ਬਿਲਕੁਲ ਬਿਲਕੁਲ। ਸੋ ਇੱਕ ਬਹੁਤ ਵੱਡੀ ਸਟੇਟ ਹੈਗੀ ਆ। ਸੋ ਉਹ ਕਾਊਂਟ ਹੁੰਦੀ ਆ ਜਦੋਂ ਅਮਰੀਕਾ ਦੀ ਗੱਲ ਆਉਂਦੀ ਆ ਨਾ। ਸੋ ਕੈਲੀਫੋਰਨੀਆ ਦੇ ਕਾਨੂੰਨ ਆ, ਉਹਦੀਆਂ ਜਿਹੜੀਆਂ ਟਿੱਪਣੀਆਂ ਨੇ ਜਾਂ ਉਹਨਾਂ ਦੀ ਪ੍ਰੋਸੀਡਿੰਗਸ ਆ, ਉਹ ਅਮਰੀਕਾ ਦੇ ਕਾਨੂੰਨ ਦੇ ਹਿਸਾਬ ਨਾਲ ਕਾਊਂਟ ਹੁੰਦੀ ਆ। ਉਹ ਮੰਨਦੇ ਆ ਵੀ ਯਾਰ ਕੈਲੀਫੋਰਨੀਆ 'ਚ ਇਹ ਹੋ ਗਿਆ, ਇਟ ਮੀਨਸ ਸਮਥਿੰਗ ਇਜ਼ ਇੰਪੋਰਟੈਂਟ ਔਰ ਡਿਫਰੈਂਟ ਸਮਥਿੰਗ, ਹੈ ਨਾ। ਸੋ ਇਸ ਤਰ੍ਹਾਂ ਲੱਗਦਾ। ਸੋ ਜੇ ਅੱਗੇ ਵੱਧਦਾ ਹੈ ਤਾਂ ਹੋਰ ਸਟੇਟਸ ਵੀ ਆ ਜਿਹੜੀਆਂ ਉਹ ਪਾਸ ਕਰਨਗੀਆਂ ਬਿੱਲ ਨੂੰ। ਸੋ ਸਾਨੂੰ ਇਹ ਲੱਗਦਾ ਵੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਜਿਹੜਾ ਉਹ ਬਿਲਕੁਲ ਸਾਫ਼ ਤੌਰ ਸਪਸ਼ਟ ਹੈਗਾ ਵੀ ਉਹਨਾਂ ਨੇ ਜਾਤ ਪਾਤ ਦੇ ਖਿਲਾਫ ਜਿਹੜਾ ਸਿਧਾਂਤਕ ਪਹੁੰਚ ਬਣਾਈ ਸੀ। ਸਿੱਖਾਂ ਨੂੰ ਵੀ ਚਾਹੀਦਾ ਹੈ, ਸਿੱਖਾਂ ਵਿੱਚ ਵੀ ਕਿਤੇ ਨਾ ਕਿਤੇ ਇਹ ਪ੍ਰੋਬਲਮ ਹਰੇ ਆ ਰਹੀ ਹੈਗੀ, ਉਹ ਗੁਰੂ ਸਾਹਿਬ ਦੇ ਸਿਧਾਂਤ ਤੋਂ ਥੋੜਾ ਕਮਜ਼ੋਰ ਪਏ ਨੇ। ਸੋ ਜਿਨ੍ਹਾਂ ਨੂੰ ਹਿੰਦੂ ਧਰਮ ਨੇ ਸ਼ੂਦਰ ਜਾਂ ਹੋਰ ਗੱਲਾਂ ਨਾਲ ਸੰਬੋਧਨ ਕਰਿਆ ਸੀ, ਸੋ ਸਿੱਖਾਂ ਦੀ ਪ੍ਰੈਕਟਿਸ ਵਿੱਚ ਵੀ ਕਿਤੇ ਨਾ ਕਿਤੇ ਇਹ ਗੱਲਾਂ ਆ ਰਹੀਆਂ। ਉਹਨਾਂ ਨੂੰ ਵੀ ਚਾਹੀਦਾ ਵੀ ਉਹ ਇਸ ਮਸਲੇ ਤੋਂ ਉੱਪਰ ਉੱਠਣ, ਗੁਰੂ ਸਾਹਿਬ ਦੇ ਸਿਧਾਂਤ ਨਾਲ ਜੁੜਨ। ਸਿਧਾਂਤਕ ਤੌਰ ਤੇ ਗੁਰੂ ਸਾਹਿਬ ਨੇ ਜਾਤ ਪਾਤ ਦਾ ਬਿਲਕੁਲ ਵਿਰੋਧ ਕਰਿਆ। ਸੱਚਾ ਸੁੱਚਾ ਸਿੱਖ ਬਿਲਕੁਲ ਨਹੀਂ ਕਰ ਸਕਦਾ ਇਸ ਤਰ੍ਹਾਂ, ਨਾ ਹੀ ਕਰਦਾ ਹੈ ਨਾ। ਬਹੁਤ ਮਾਈਨਰ ਘਟਨਾਵਾਂ ਨੇ ਸਿੱਖ ਧਰਮ ਵਿੱਚ ਜਿਹੜੀਆਂ ਹੁੰਦੀਆਂ ਨੇ, ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦੇ ਵੀ ਨਹੀਂ ਹੁੰਦੀਆਂ, ਪਰ ਮਾਈਨਰ ਨੇ, ਉਹਨਾਂ ਨੂੰ ਮੇਜਰ ਨਾ ਬਣਾਇਆ ਜਾਵੇ, ਉਹਨਾਂ ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਬਿਲਕੁਲ ਜੀ, ਉਹੀ ਗੱਲ ਉੱਥੇ ਆ ਜਾਂਦੀ ਹੈ ਕਿ ਸਿੱਖਾਂ ਦੀਆਂ ਕਮਜ਼ੋਰੀਆਂ ਨੂੰ ਸਿੱਖੀ ਦੀ ਕਮਜ਼ੋਰੀ ਨਾ ਸਮਝਿਆ ਜਾਵੇ। ਵੀ ਜੇ ਕੁਝ ਲੋਕਾਂ ਵੱਲੋਂ ਕੁਝ ਕੀਤਾ ਵੀ ਜਾਂਦਾ ਤੇ ਉਸ ਨੂੰ ਪੂਰੇ ਧਰਮ ਦੇ ਉੱਤੇ ਇਹ ਨਾ ਕਿਹਾ ਜਾਵੇ ਵੀ ਧਰਮ ਇਹ ਕਹਿੰਦਾ। ਧਰਮ ਦੇ ਸਿਧਾਂਤ ਗੁਰੂ ਨਾਨਕ ਸਾਹਿਬ ਵਾਲੇ ਸਾਡੇ ਸਾਹਮਣੇ ਨੇ। ਗੁਰੂ ਸਾਹਿਬ ਨੇ ਜਿਹੜੀ ਗੱਲ ਜੋ ਕਹੀ ਹੋਈ ਹੈ ਉਹ ਸਾਡੇ ਸਾਹਮਣੇ ਹੈਗੀ ਆ। ਹੁਣ ਆਪਾਂ ਗੱਲਬਾਤ ਕਰ ਲੈਂਦੇ ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ, ਜਿਨ੍ਹਾਂ ਦੇ ਵੱਲੋਂ ਅਦਾਲਤ ਦੇ ਵਿੱਚ ਅਰਜ਼ੀ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਣ ਦੀ ਵੀ ਜਿਹੜੀ ਗੱਲ ਕੀਤੀ ਔਰ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਘੇਰੇ ਦੇ ਵਿੱਚ ਲਿਆ ਹੈ ਕਿ ਉਹ ਕੇਸਾਂ ਦੀ ਪੈਰਵਾਈ ਦੇ ਵਿੱਚ ਕਿਤੇ ਨਾ ਕਿਤੇ ਜਾਂ ਗਵਾਹਾਂ ਵਾਲੇ ਮਸਲੇ ਦੇ ਵਿੱਚ ਸੰਜੀਦਾ ਨਹੀਂ ਹੈਗੀ। ਕੀ ਕਹੋਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਵੱਲੋਂ ਇਹ ਗੱਲਾਂ ਕਹਿਣੀਆਂ? ਹਾਂਜੀ ਹਾਂਜੀ, ਸੋ ਬਿਲਕੁਲ ਠੀਕ ਹੈ। ਸਾਨੂੰ ਸਮਝਦੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਜਿਹੜੀ ਇਹ ਐਪਲੀਕੇਸ਼ਨ ਉਹ ਐਕਸੈਪਟ ਵੀ ਹੋਵੇਗੀ ਕਿ ਨਹੀਂ, ਕਿਉਂਕਿ ਪਿਛਲੇ ਦਿਨੀ ਆਪਾਂ ਦੱਸਿਆ ਸੀ ਵੀ ਜਿਹੜੇ ਕੁਝ ਗਵਾਹ ਨੇ ਉਹਨਾਂ ਨੇ ਇਹ ਦੋਸ਼ ਲਾਇਆ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਾਣਬੁੱਝ ਕੇ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਗਵਾਹ ਸੀ ਬੰਦੇ, ਉਹਨਾਂ ਨੂੰ ਦੋਸ਼ੀਆਂ ਦੇ ਲਿਸਟ ਵਿੱਚ ਪਾ ਲਿਆ ਹੋਇਆ। ਸੋ ਇਹ ਕਮਜ਼ੋਰ ਨੂੰ ਪਹਿਲੇ ਹਲੇ, ਇਹ ਕੇਸ ਨੂੰ ਪਹਿਲੇ ਹਲੇ ਸੱਟ ਮਾਰਨ ਦਾ ਯਤਨ ਔਰ ਇਹ ਸੱਟ ਮਰਵਾਈ ਗਈ ਹੈਗੀ ਆ ਜਿਹੜੇ ਵੱਡੇ ਪੁਲਿਸ ਅਫਸਰ ਦੋਸ਼ੀ ਨੇ। ਸੋ ਪੁਲਿਸ ਅਫਸਰਾਂ ਨੂੰ ਜ਼ਮਾਨਤਾਂ ਦਿੱਤੀਆਂ ਹੋਈਆਂ ਨੇ, ਉਹ ਆਪਣੀ ਜ਼ਮਾਨਤ ਦਾ ਨਜਾਇਜ਼ ਫਾਇਦਾ ਉਠਾ ਕੇ ਇਹਨਾਂ ਕੇਸ ਦੇ ਗਵਾਹਾਂ ਤੇ ਆਪਣਾ ਪ੍ਰਭਾਵ ਪਾ ਕੇ ਇਹਨਾਂ ਤੋਂ ਗਲਤ ਬਿਆਨਬਾਜ਼ੀ ਕਰਾ ਰਹੇ ਆ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਤਾਂ DGP ਨੂੰ ਚਿੱਠੀ ਲਿਖੀ ਆ ਵੀ ਇਹਨਾਂ ਦੀਆਂ ਜ਼ਮਾਨਤਾਂ ਰੱਦ ਕਰਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਿਆ ਜਾਵੇ ਤਾਂ ਕਿ ਇਹ ਆਪਣਾ ਪ੍ਰਭਾਵ ਨਾ ਪਾ ਸਕਣ। ਦੂਜਾ, ਉਹਨਾਂ ਨੇ ਅਦਾਲਤ ਵਿੱਚ ਅਰਜ਼ੀ ਪਾਈ ਆ ਵੀ ਮੈਨੂੰ ਆਪਣਾ ਪੱਖ ਰੱਖਣ ਦੀ ਜਿਹੜੀ ਟਾਈਮ ਦਿੱਤਾ ਜਾਵੇ। ਸੋ 21 ਜੁਲਾਈ ਆ ਜਿਹੜੀ ਨਵੀਂ ਪਈ ਆ। ਹਾਲਾਂਕਿ ਉਹਨਾਂ ਨੇ ਪੰਜਾਬ ਸਰਕਾਰ ਤੋਂ ਵੀ ਅਦਾਲਤ ਨੇ ਪੱਖ ਮੰਗਿਆ ਸੀ ਵੀ ਤੁਹਾਡਾ ਇਸ ਮਾਮਲੇ 'ਚ ਕੀ ਪੱਖ ਹੈ। ਪਿਛਲੀ ਪੇਸ਼ੀ ਤੇ ਪੰਜਾਬ ਸਰਕਾਰ ਨੇ ਆਪਣਾ ਕੋਈ ਪੱਖ ਨਹੀਂ ਰੱਖਿਆ।
ਹੁਣ ਐਡਵੋਕੇਟ ਜਰਨਲ ਆ ਉਹਦੇ ਤੇ ਦੋਸ਼ ਲੱਗੇ ਨੇ ਵੀ ਉਹ ਸੁਮੇਧ ਸੈਣੀ ਦਾ ਖਾਸ ਬੰਦਾ ਹੈ, ਉਹ ਸਿਰਸੇ ਵਾਲੇ ਦੇ ਕੇਸ ਤੇ ਸੁਮੇਧ ਸੈਣੀ ਦੇ ਕੇਸ ਲੜਦਾ ਰਿਹਾ। ਹੁਣ ਸਾਰੀਆਂ ਕੁਝ ਜਿਹੜਾ ਸਰਕਾਰੀ ਪੱਖ ਨੇ ਕਰਨਾ ਉਹ ਐਡਵੋਕੇਟ ਜਰਨਲ ਦੇ ਕਹਿਣ ਤੇ ਕਰਨਾ ਹੈ। ਜਦੋਂ ਉਹਦੀਆਂ ਹਦਾਇਤਾਂ ਨੇ ਵੀ ਗਵਾਹ ਮੁਕਰਾ ਦਿਓ, ਠੁਕਰਾ ਦਿਓ, ਉਹਨਾਂ ਨੂੰ ਇਸ ਤਰ੍ਹਾਂ ਹੋਸਟਾਈਲ ਕਰ ਦਿਓ, ਤਾਂ ਅਦਾਲਤਾਂ ਕੀ ਕਰਨਗੀਆਂ? ਸੋ ਸਾਨੂੰ ਲੱਗਦਾ ਵੀ ਜਿਹੜੇ ਵੱਡੇ ਪੁਲਿਸ ਅਫਸਰ ਫਸੇ ਹੋਏ ਨੇ, ਬਿਲਕੁਲ ਠੀਕ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ। ਹੁਣ ਭਾਈ ਸੁਖਰਾਜ ਸਿੰਘ ਨੇ ਵੀ ਪਿਛਲੇ ਦਿਨੀ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਬੋਲਿਆ। ਸਾਨੂੰ ਲੱਗਦਾ ਵੀ ਭਾਈ ਸੁਖਰਾਜ ਸਿੰਘ ਨੂੰ ਵੀ ਸਾਰੀ ਗੱਲ ਦਾ ਸਮਝ ਨਹੀਂ ਆਈ ਹੈ ਨਾ। ਸੋ ਉਹਨਾਂ ਦੋਸ਼ੀ ਪੁਲਿਸ ਅਫਸਰਾਂ ਤੇ ਆਪਣਾ ਹਮਲਾ ਕਰਨ ਨਾਲ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਤੇ ਕਰਿਆ। ਸੋ ਕੁੰਵਰ ਵਿਜੇ ਪ੍ਰਤਾਪ ਨੂੰ ਆਪਣੀ ਗੱਲ ਕਹਿਣ ਦਾ ਹੱਕ ਮਿਲਣਾ ਚਾਹੀਦਾ, ਪਰ ਗੱਲ ਕਹਿਣ ਦੇ ਹੱਕ ਦੇ ਬਾਵਜੂਦ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇਨਸਾਫ ਨਹੀਂ ਮਿਲੇਗਾ। ਬੇਅਦਬੀ ਦੇ ਕੇਸਾਂ ਵਿੱਚ ਤੇ ਗੋਲੀकांड ਦੇ ਕੇਸਾਂ ਵਿੱਚ ਇਨਸਾਫ ਨਹੀਂ ਮਿਲੇਗਾ। ਸਿਰਫ ਸਾਡੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ। ਉਹ ਸਾਰੇ ਕੇਸ ਮੈਨੀਪੂਲੇਟਡ ਨੇ, ਮੈਨੇਜ ਹੋਏ ਨੇ। ਸੋ ਕਿਸੇ ਇਨਸਾਫ ਦੀ ਉਡੀਕ ਨਾ ਰੱਖਿਓ ਨਾ ਜੀ। ਬਿਲਕੁਲ ਜੀ। ਤੇ ਦੂਜੇ ਬੰਨੇ ਕੁਝ ਘਟਨਾਵਾਂ ਹੋਰ ਸਾਹਮਣੇ ਨੇ ਕਿ ਪੱਤਰਕਾਰਾਂ ਦੇ ਵੱਲੋਂ ਜਿਹੜਾ ਹੈ ਸਰਕਾਰੀ ਪੱਖ ਸਰਕਾਰੀ ਧਿਰਾਂ ਤੇ ਜਿਹੜਾ ਹੈ ਗੈਰ ਸਰਕਾਰੀ ਧਿਰਾਂ ਤੇ ਕਿਤੇ ਨਾ ਕਿਤੇ ਥੋਪਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਾਹਮਣੇ ਆਈਆਂ। ਕਿਤੇ ਨਾ ਕਿਤੇ ਖੈਬੜੀ ਵੀ ਜਿਹੜੀ ਪਿਛਲੇ ਦਿਨੀ ਹੋਈ ਹੈਗੀ ਹੈ। ਕੀ ਹੈ ਕੀ ਇਹ ਸਾਰਾ ਮਸਲਾ? ਹਾਂਜੀ, ਵੈਸੇ ਤਾਂ ਆਪਾਂ ਭਾਰਤ ਦੀ ਸਾਰੇ ਜਿਹੜਾ ਟੈਲੀਵਿਜ਼ਨ ਮੀਡੀਆ ਉਹਦਾ ਦੇਖ ਰਹੇ ਹੈਗੇ ਆ ਵੀ ਉਹ ਸਰਕਾਰਾਂ ਦੇ ਜਿਹੜੇ ਪਬਲਿਕ ਰਿਲੇਸ਼ਨ ਆਫੀਸਰ ਦੀ ਭੂਮਿਕਾ ਨਿਭਾ ਰਹੇ ਹਨ। ਸੋ ਸਾਰਾ ਦਿਨ ਉਹ ਜਿੱਦਾਂ ਸਰਕਾਰ ਦੇ ਹੱਕ ਵਿੱਚ ਸਰਕਾਰ ਦੀਆਂ ਗਲਤੀਆਂ ਤੇ ਪਰਦਾ ਪਾਉਣ, ਜਾਂ ਜਿਹੜੀਆਂ ਸਰਕਾਰ ਦੀਆਂ ਵੱਡੀਆਂ ਆਪਾਂ ਕਹਿ ਸਕਦੇ ਆ ਵੀ ਵੱਡੇ ਘਟਨਾਕ੍ਰਮ ਹੋਏ ਨੇ ਜਿਹੜੇ ਲੋਕ ਵਿਰੋਧੀ ਨੇ, ਉਹਨਾਂ ਤੇ ਪਰਦਾ ਪਾਉਣ ਦਾ ਯਤਨ ਕਰਿਆ ਜਾਂਦਾ। ਹੁਣ ਪੰਜਾਬ ਵਿੱਚ ਵੀ ਇਹ ਰਵਾਇਤ ਹੋ ਗਈ ਹੈ। ਸੋ ਪੰਜਾਬ ਦਾ ਬਹੁਤ ਸਾਰਾ ਜਿਹੜਾ ਸੋਸ਼ਲ ਮੀਡੀਆ ਦੇ ਚੈਨਲ ਸੀਗੇ ਉਹ ਤਾਂ ਦੱਸਿਆ ਜਾਂਦਾ ਵੀ ਉਹ ਇਸ਼ਤਿਹਾਰਾਂ ਦੇ ਡਰਾਵੇ ਨਾਲ ਤੇ ਹੋਰ ਘਟਨਾਵਾਂ ਨਾਲ ਉਹ ਖਰੀਦ ਲਏ ਗਏ ਨੇ। ਸੋ ਇੱਕ ਮੇਨ ਸਟ੍ਰੀਮ ਮੀਡੀਆ ਹੈਗਾ ਜਿਹੜਾ ਟੀਵੀ ਚੈਨਲ ਤੇ ਚੱਲਦਾ। ਪਿਛਲੇ ਦਿਨੀ ਉਹਦੇ ਇੱਕੋ ਹੀ ਪੱਤਰਕਾਰ ਨਾਲ 2 ਵਾਰੀ ਘਟਨਾਵਾਂ ਵਾਪਰੀਆਂ। ਇੱਕ ਘਟਨਾ ਹੈਗੀ ਆ ਸੁਖਪਾਲ ਸਿੰਘ ਖਹਿਰਾ ਨਾਲ ਵਾਪਰੀ ਹੈ। ਜਦੋਂ ਸੁਖਪਾਲ ਸਿੰਘ ਖਹਿਰਾ ਨੇ ਇਹ ਕਿਹਾ ਵੀ ਜਿਹੜੇ ਵਿਕਾਊ ਪੱਤਰਕਾਰ ਹੈ ਉਹ ਚਲੇ ਜਾਣ, ਤਾਂ ਉਸ ਪੱਤਰਕਾਰ ਨੇ ਦੱਸਿਆ ਜਾਂਦਾ ਵੀ ਸਭ ਤੋਂ ਪਹਿਲਾਂ ਆਪਣਾ ਮਾਈਕ ਚੱਕਿਆ ਤੇ ਚਲਿਆ ਗਿਆ। ਹੁਣ ਪਿਛਲੇ ਦਿਨੀ ਉਹੀ ਸੇਮ ਪੱਤਰਕਾਰ ਹੀ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਇੱਕ ਸੀਨੀਅਰ ਲੀਡਰ ਨੇ, ਪੰਜਾਬ ਦੇ ਡਿਪਟੀ CM ਰਹੇ ਨੇ, ਸੋ ਉਹਨਾਂ ਨਾਲ ਖੈਬੜਿਆ। ਉਹਨਾਂ ਤੇ ਜਾਣ ਬੁੱਝ ਕੇ ਇਸ ਤਰ੍ਹਾਂ ਦੇ ਇਲਜ਼ਾਮ ਆ ਜਿਹੜੇ ਲਾਏ ਗਏ ਹਨ। ਕੋਈ ਰਿਕਵਰੀ ਕਰਨ ਬਾਰੇ ਭਗਵੰਤ ਸਿੰਘ ਮਾਨ ਨੇ ਕਿਹਾ ਵੀ ਕਿਸੇ ਗੈਂਗਸਟਰ ਦਾ ਜਿਹੜਾ ਕੇਸ ਲੜਿਆ ਗਿਆ ਸਰਕਾਰੀ ਤੌਰ ਤੇ, ਉਹਦੀ ਜਿਹੜੀ ਹੈਗੀ ਆ ਜਿਹੜੀ ਰਿਕਵਰੀ ਆ ਉਹ ਸੁਖਜਿੰਦਰ ਸਿੰਘ ਰੰਧਾਵਾ ਔਰ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜੀ ਕੀਤੀ ਜਾਏਗੀ ਨਾ। ਉਹ ਵਾਰ-ਵਾਰ ਜਿਸ ਤਰ੍ਹਾਂ ਤੁਸੀਂ ਦੇਖੋ ਵੀ ਜਿਹੜੀ ਭਾਸ਼ਾ ਹੈ ਪੱਤਰਕਾਰ ਦੀ ਨਾ, ਸੋ ਪੱਤਰਕਾਰ ਦਾ ਕੰਮ ਇੱਕ ਸਹਿਜ ਨਾਲ ਸਵਾਲ ਪੁੱਛਣਾ, ਉਹਨਾਂ ਸਵਾਲਾਂ ਦੇ ਲੀਡਰ ਤੋਂ ਜਾਂ ਜਿੱਥੋਂ ਵੀ ਪੁੱਛ ਰਹੇ ਨੇ ਉਹਦੇ ਜਵਾਬ ਲੈਣਾ ਤੇ ਉਹਨੂੰ ਕਨਵੇ ਕਰ ਦੇਣਾ ਜਨਤਾ ਸਾਹਮਣੇ। ਸੋ ਜਨਤਾ ਦਾ ਕੰਮ ਹੋਏਗਾ ਵੀ ਉਹ ਫੈਸਲਾ ਕਰੇ ਜਾਂ ਨਾ ਕਰੇ। ਪੱਤਰਕਾਰ ਜਦੋਂ ਆਪ ਹੀ ਜੱਜ ਬਣ ਕੇ, ਆਪ ਹੀ ਪੁਲਿਸ ਆਫੀਸਰ ਬਣ ਕੇ ਥੋਪਦਾ ਔਰ ਦੂਜੇ ਨੂੰ ਬੋਲਣ ਦੀ ਵੀ ਜਿਹੜੀ ਇਜਾਜ਼ਤ ਨਹੀਂ ਦਿੰਦਾ, ਇਟ ਮੀਨਸ ਇਹ ਜਰਨਲਿਜ਼ਮ ਦੇ ਐਥਿਕਸ ਨਹੀਂ ਹੈਗੇ ਨਾ। ਸੋ ਜਰਨਲਿਜ਼ਮ ਦੇ ਐਥਿਕਸ ਨੂੰ ਘੱਟੋ ਘੱਟ ਪੰਜਾਬੀ ਵਿੱਚ ਆ ਜਿਹੜਾ ਕਾਇਮ ਰੱਖਿਆ ਜਾਣਾ ਚਾਹੀਦਾ ਸੀ, ਜਿਹੜਾ ਕਿ ਉਹ ਨਹੀਂ ਰੱਖ ਰਹੇ ਨਾ। ਹੁਣ ਕੋਈ ਰਿਕਵਰੀਆਂ ਨੇ ਉਹ ਹੋਣੀਆਂ ਨੇ। ਹੁਣ ਇੱਥੇ ਭਗਵੰਤ ਸਿੰਘ ਮਾਨ ਦਾ ਵੀ ਸਾਨੂੰ ਲੱਗਦਾ ਵੀ ਇੱਕ ਦੋਸ਼ ਨਜ਼ਰ ਆ ਰਿਹਾ। ਉਹ ਇਹਨਾਂ ਕੇਸਾਂ ਬਾਰੇ ਜਿੱਥੇ ਪੋਲੀਟੀਕਲ ਲੀਡਰ ਨੇ ਉਹਨਾਂ ਦੀਆਂ ਤਾਂ ਗੱਲਾਂ ਕਰ ਰਹੇ ਨੇ ਵੀ ਇਹਨਾਂ ਤੋਂ ਰਿਕਵਰੀ ਹੋਣੀ ਹੈ ਨਾ। ਕਿਸੇ ਵੀ ਤਹਿਸੀਲਦਾਰ ਦੇ ਖਿਲਾਫ ਉਹ ਕਾਰਵਾਈ ਨਹੀਂ ਕਰ ਸਕੇ ਜਿਨ੍ਹਾਂ ਨੂੰ 40 ਤਹਿਸੀਲਦਾਰਾਂ ਨੂੰ ਬਹੁਤ ਵੱਡੀ ਰਿਸ਼ਵਤ ਲੈਣ ਦੇ ਵਿਜੀਲੈਂਸ ਨੇ ਰਿਪੋਰਟ ਜਾਰੀ ਕਰੀ ਸੀ ਨਾ। ਜਿੱਥੇ ਅਫਸਰ ਆਉਂਦੇ ਆ, ਜਿੱਥੇ ਆਪਣੀ ਸਰਕਾਰ ਦੇ ਅਫਸਰ ਆਉਂਦੇ ਆ, ਉੱਥੇ ਭਗਵੰਤ ਸਿੰਘ ਮਾਨ ਦੂਜੇ ਬੰਦੇ ਮੇਰਾ ਖਿਆਲ ਅਜੇ ਤੱਕ ਨਹੀਂ ਇਹਨਾਂ ਨੂੰ ਪਤਾ ਲੱਗਿਆ ਵੀ ਇੰਟਰਵਿਊ ਕਿਹੜੀ ਜੇਲ੍ਹ 'ਚ ਹੋਈ ਆ, ਜਦ ਕਿ ਉਹਦਾ ਇੰਟਰਵਿਊ ਕਰਨ ਵਾਲਾ ਬੰਦਾ ਵੀ ਉੱਥੇ ਬੈਠਾ, ਜਿਹਦੀ ਹੋਈ ਆ ਉਹ ਵੀ ਪਿਛਲੇ ਦਿਨ ਵੀ ਉੱਥੇ ਹੀ ਬੈਠਾ ਸੀ। ਉਹ ਖਬਰ ਵੀ ਇਹਨਾਂ ਨੂੰ ਨਹੀਂ ਪਤਾ ਲੱਗੀ। ਕਿਤੇ ਨਾ ਕਿਤੇ ਮੇਰਾ ਖਿਆਲ ਜਾਣਬੁੱਝ ਕੇ ਇਦਾਂ ਦੇ ਮੁੱਦੇ ਉਠਾਏ ਜਾਂਦੇ ਨੇ, ਫਿਰ ਮੀਡੀਆ ਤੋਂ ਚੁਕਾਏ ਜਾਂਦੇ ਨੇ ਤੇ ਲੋਕੀ ਜਿਹੜਾ ਉਹ ਬੱਲੇ ਬੱਲੇ ਕਰਨ ਲੱਗ ਪੈਂਦੇ ਨੇ। ਹੁਣ ਲੱਖਾ ਸਿਧਾਣਾ ਨੇ ਇੱਕ ਹੋਰ ਸਕੈਂਡਲ ਕੱਢਿਆ, ਇੱਕ ਬੀਬੀ ਜੀ ਦਾ, ਉਹ MLA ਨੇ, ਉਹਦੇ ਆ ਵੀ ਕਿਸੇ ਖਾਤੇ ਚੋਂ 25 ਲੱਖ ਰੁਪਇਆ ਉਹਦੇ ਅਕਾਊਂਟ 'ਚ ਆਇਆ ਨਾ। ਸੋ ਉਹ ਦੱਸਿਆ ਜਾਂਦਾ ਲੱਖਾ ਸਿਧਾਣਾ ਕੱਲ ਕਾਗਜ਼ ਪੱਤਰ ਲੈ ਕੇ ਬੈਠੇ ਸੀ ਵੀ ਇਹ ਸਾਰਾ ਜਿਹੜਾ 2 ਨੰਬਰ ਦਾ ਪੈਸਾ ਆਇਆ ਵੀ ਕਿੱਧਰੋਂ ਆਇਆ, ਉਹਦੀ ਕੋਈ ਅਕਾਊਂਟੇਬਿਲਟੀ ਹੈ ਨਹੀਂ ਹਨਾ ਕਿਸੇ ਆਮ ਆਦਮੀ ਪਾਰਟੀ ਦੀ MLA ਦੇ ਖਿਲਾਫ। ਠੀਕ ਹੈ, ਇਹ ਕਿਹਾ ਜਾ ਸਕਦਾ ਵੀ ਲੱਖੇ ਨੂੰ ਬੋਲਣ ਦੀ ਆਦਤ ਹੈ, ਉਹ ਸਰਕਾਰ ਦੀ ਵਿਰੋਧਤਾ ਕਰਦਾ, ਪਰ ਜਦੋਂ ਡਾਕੂਮੈਂਟੇਸ਼ਨ ਨਾਲ ਆਇਆ ਇਟ ਮੀਨਸ ਕੁਛ ਨਾ ਕੁਛ ਤਾਂ ਹੈਗਾ, ਕੁਛ ਹੈਗਾ ਹੀ ਹੈ ਨਾ। ਸੋ ਇਸ ਕਰਕੇ ਹੈਗਾ ਵੀ ਹੁਣ ਸੁਖਜਿੰਦਰ ਸਿੰਘ ਰੰਧਾਵਾ ਤੇ ਜਾਂ ਕੈਪਟਨ ਦੇ ਖਿਲਾਫ ਇਹ ਚਰਨਜੀਤ ਸਿੰਘ ਚੰਨੀ ਵਾਲਾ ਕੇਸ ਫਲॉप ਹੋ ਗਿਆ। ਕਿਸੇ ਨੇ RTI ਪਾਈ ਸੀ ਵੀ ਦੱਸੋ ਉਸ ਕੇਸ ਦਾ ਕੀ ਬਣਿਆ, ਤੇ ਉਹਨੂੰ ਜਵਾਬ ਆਇਆ ਵੀ ਉਸ ਕੇਸ ਦਾ ਕੁਝ ਵੀ ਨਹੀਂ ਹੈਗਾ ਔਰ ਕਿੰਨਾ ਉਹਨੂੰ ਪ੍ਰਮੋਟ ਕੀਤਾ ਗਿਆ। ਹਾਂਜੀ, ਵੀ ਆਪ 2 ਵਜੇ ਕਾਊਂਟਡਾਊਨ ਕਰਕੇ ਪ੍ਰੈਸ ਕਾਨਫਰੰਸ ਕਰੇਗੀ ਨਾ। ਸੋ ਸਾਨੂੰ ਲੱਗਦਾ ਵੀ ਜਿਹੜੀਆਂ ਪ੍ਰਸ਼ਾਸਨ ਦੀਆਂ ਉਹਨਾਂ ਕੋਲ ਉਹ ਤਜਰਬਾ ਨਾ ਹੋਣ ਕਾਰਨ, ਠੀਕ ਹੈ ਪੁਰਾਣੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪਣੇ ਰਾਜ ਦੌਰਾਨ ਬਹੁਤ ਇਸ ਤਰ੍ਹਾਂ ਦੇ ਕੰਮ ਕਰੇ ਆ, ਬਹੁਤ ਗਲਤ ਕੰਮ ਹੋਇਆ, ਉਹਦਾ ਉਹ ਖਮਿਆਜ਼ਾ ਭੁਗਤ ਰਹੇ ਆ, ਅੱਜ ਸੜਕ ਤੇ ਆ ਗਏ ਹੋਇਆ। ਪਰ ਜੇ ਇਹ ਵੀ ਉਸੇ ਰਸਤੇ ਚੱਲਣਗੇ ਫਿਰ ਬਦਲਾਅ ਦਾ ਕੀ ਮਤਲਬ ਹੋਇਆ? ਇਸ ਲਈ ਸਾਰੇ ਕੁਝ ਨੂੰ ਮਤਲਬ ਕਿ ਇੱਕ ਵੀ ਗਲਤੀ ਨਾ ਹੋਵੇ ਇਸ ਤਰ੍ਹਾਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਦੇਣ ਦਾ ਕਾਰਜ ਕਰਨਾ ਚਾਹੀਦਾ।